ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਇਕਬਾਲ ਜੀ, ਆਪਾਂ ਬਾਈਬਲ ਸਟੱਡੀ ਸ਼ੁਰੂ ਕਰਨ ਲੱਗੇ ਹਾਂ। ਬੁੱਕ ਆਫ ਰੈਵਲੇਸ਼ਨ, ਪ੍ਰਕਾਸ਼ ਦੀ ਪ੍ਰਕਾਸ਼ ਦੀ ਪੋਥੀ ਦੀ। ਹਾਂਜੀ, ਅਤੇ ਆਪਾਂ ਆਖਰੀ ਚੈਪਟਰ ਦੇ ਵਿੱਚ ਪਹੁੰਚ ਗਏ ਹਾਂ, 22 ਚੈਪਟਰ ਦੇ ਵਿੱਚ। ਉਸ ਤੋਂ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਸਾਮਸ, ਭਜਨ, ਜ਼ਬੂਰ 9 ਦੀਆਂ 7 ਤੋਂ 11 ਉਹ ਕੁਛ ਆਇਤਾਂ ਪੜ੍ਹਦੇ ਹਾਂ ਜੀ। ਸਾਮਸ, ਭਜਨ, ਜ਼ਬੂਰ, ਭਜਨ ਸਹਾਇਤਾ ਅਤੇ 9 ਦੀਆਂ 7 ਤੋਂ 11 ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰੰਤੂ ਯਹੋਵਾ ਸਦਾ ਹੀ ਬਿਰਾਜਮਾਨ ਹੈ। ਉਸਨੇ ਆਪਣੇ ਸਿੰਘਾਸਨ ਨੂੰ ਨਿਆਂ ਦੇ ਲਈ ਕਾਇਮ ਕਰ ਰੱਖਿਆ ਹੈ ਅਤੇ ਉਹ ਧਰਮ ਨਾਲ ਜਗਤ ਦਾ ਨਿਆਂ ਕਰੇਗਾ। ਉਹ ਸੱਚਾਈ ਨਾਲ ਉਮਤਾਂ ਦਾ ਫੈਸਲਾ ਕਰੇਗਾ ਅਤੇ ਯਹੋਵਾ ਸਤਾਏ ਹੋਇਆਂ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ। ਹਾਂ, ਬਿਪਤਾ ਦੇ ਸਮੇਂ ਦੇ ਲਈ ਇੱਕ ਉੱਚਾ ਗੜ੍ਹ। ਤੇਰੇ ਨਾਮ ਦੇ ਚਾਨਣ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ। ਕਿਉਂ ਜੋ ਹੇ ਯਹੋਵਾ, ਤੂੰ ਆਪਣੀਆਂ ਤਲੀਬਾਂ ਨੂੰ ਤਿਆਗ ਨਹੀਂ ਦਿੱਤਾ। ਹਾਂਜੀ, ਤਾਲਬਾਨ ਥੈਂਕ ਯੂ। ਹਾਂਜੀ, ਯਹੋਵਾ ਦੀ ਉਸਤਤ ਗਾਓ ਜਿਨ੍ਹਾਂ ਸਿਓਨ ਵਿੱਚ ਵਸਦੇ ਹੋ, ਜਿਹੜੇ ਸਿਓਨ ਵਿੱਚ ਵਸਦੇ ਹੋ। ਲੋਕਾਂ ਵਿੱਚ ਉਸ ਦੇ ਕੰਮਾਂ ਦਾ ਪ੍ਰਚਾਰ ਕਰੋ। ਲੋਕਾਂ ਵਿੱਚ ਉਸ ਦੇ ਕੰਮਾਂ ਦਾ ਪ੍ਰਚਾਰ ਕਰੋ। ਹਾਂਜੀ, ਪਰਮੇਸ਼ਰ ਪਿਤਾ ਆਪ ਦਾ ਵਚਨ ਦੇ ਲਈ ਸ਼ੁਕਰ ਕਰਦੇ ਹਾਂ। ਆਪ ਮਹਾਨ ਹੋ ਪਰਮੇਸ਼ਰ ਪਿਤਾ, ਅਸੀਂ ਆਪ ਤੋਂ ਬਿਨਾਂ ਕੁਛ ਨਹੀਂ। ਆਪ ਹੀ ਸੱਚਮੁੱਚ ਸਾਡਾ ਸੱਚਾ ਗੜ੍ਹ ਹੋ, ਆਪ ਹੀ ਸਾਡੀ ਹਿੰਮਤ ਹੋ, ਤਾਕਤ ਹੋ ਪਰਮੇਸ਼ਰ ਪਿਤਾ। ਔਰ ਅਸੀਂ ਸਿਰਫ ਅਤੇ ਸਿਰਫ ਆਪ ਤੋਂ ਹੀ ਓਟ ਆਸਰਾ ਤੱਕਦੇ ਹਾਂ ਪਰਮੇਸ਼ਰ ਪਿਤਾ। ਸਾਨੂੰ ਸਭ ਨੂੰ ਔਰ ਸੁਣਨ ਵਾਲਿਆਂ ਨੂੰ ਆਪਣੀ ਹਿਫਾਜ਼ਤ ਵਿੱਚ ਰੱਖੋ ਪਰਮੇਸ਼ਰ ਪਿਤਾ। ਔਰ ਅਸੀਂ ਆਪ 'ਤੇ ਭਰੋਸਾ ਰੱਖੀਏ ਹਰ ਮੁਸ਼ਕਿਲ, ਹਰ ਸਮੇਂ, ਹਰ ਹਾਲਾਤ ਦੇ ਵਿੱਚ ਪਰਮੇਸ਼ਰ ਪਿਤਾ। ਔਰ ਅਸੀਂ ਆਪ ਦਾ ਸ਼ੁਕਰ ਕਰੀਏ ਪਰਮੇਸ਼ਰ ਪਿਤਾ, ਕਿਉਂਕਿ ਆਪ ਹਰ ਸਿਚੁਏਸ਼ਨ, ਹਰ ਹਾਲਾਤ ਦੇ ਵਿੱਚੋਂ ਚੰਗਿਆਈ ਕੱਢਦੇ ਹੋ ਪਰਮੇਸ਼ਰ ਪਿਤਾ। ਹਰ ਸਮੇਂ ਅਸੀਂ ਆਪ ਦਾ ਸ਼ੁਕਰ ਕਰੀਏ। ਆਪ ਦਾ ਜਿੰਨਾ ਵੀ ਸ਼ੁਕਰ ਕੀਤਾ ਜਾਏ ਥੋੜ੍ਹਾ ਹੈ ਪਰਮੇਸ਼ਰ ਪਿਤਾ। ਆਪ ਤੋਂ ਕੁਛ ਵੀ ਛੁਪਿਆ ਨਹੀਂ ਹੈ ਪਰਮੇਸ਼ਰ ਪਿਤਾ। ਆਪ ਸਭ ਕੁਛ ਜਾਣਦੇ ਹੋ। ਆਪ ਅੱਜ ਦੇ ਸਮੇਂ ਨੂੰ, ਪੁਰਾਣੇ ਸਮੇਂ ਨੂੰ ਔਰ ਆਉਣ ਵਾਲੇ ਸਮੇਂ ਨੂੰ ਸਭ ਕੁਛ ਜਾਣਦੇ ਹੋ। ਆਪ ਤੋਂ ਕੁਛ ਵੀ ਛੁਪਿਆ ਨਹੀਂ ਪਰਮੇਸ਼ਰ ਪਿਤਾ। ਪਰਮੇਸ਼ਰ ਪਿਤਾ, ਆਪ ਦਾ ਦਇਆ, ਰਹਿਮ, ਕਿਰਪਾ ਚਾਹੁੰਦੇ ਹਾਂ। ਔਰ ਪਰਮੇਸ਼ਰ ਪਿਤਾ, ਆਪ ਜੀ ਦੀ ਮਰਜ਼ੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪੂਰੀ ਹੋਵੇ ਪਰਮੇਸ਼ਰ ਪਿਤਾ। ਆਪ ਜੀ ਪਰਮੇਸ਼ਰ ਪਿਤਾ ਸਾਨੂੰ ਆਪਣੇ ਪਿਆਰ ਦੇ ਬਾਰੇ, ਆਪਣੇ ਬਾਰੇ ਹੋਰ ਜਾਣਕਾਰੀ ਦਿਓ, ਆਪਣੇ ਵਚਨ ਦੇ ਬਾਰੇ ਹੋਰ ਜਾਣਕਾਰੀ ਦਿਓ। ਸਾਨੂੰ ਸਭ ਨੂੰ ਆਪ ਦੇ ਹੋਰ ਅਸੀਂ ਨੇੜੇ ਆ ਜਾਈਏ ਪਰਮੇਸ਼ਰ ਪਿਤਾ। ਆਪ ਨੂੰ ਸਮਝ ਸਕੀਏ, ਆਪ ਦੇ ਪਿਆਰ ਨੂੰ, ਆਪ ਦੇ ਪਿਆਰ ਦੀ ਲੰਬਾਈ, ਚੜਾਈ, ਗਹਿਰਾਈ, ਉਚਾਈ ਨੂੰ ਸਮਝ ਸਕੀਏ ਪਰਮੇਸ਼ਰ ਪਿਤਾ। ਔਰ ਅਸੀਂ ਅੰਧੇਰੇ ਵਿੱਚ ਨਹੀਂ, ਚਾਨਣ ਦੇ ਵਿੱਚ ਚੱਲੀਏ ਪਰਮੇਸ਼ਰ ਪਿਤਾ। ਸਾਨੂੰ ਗਾਈਡ ਕਰੋ, ਲੀਡ ਕਰੋ ਆਪਣੀ ਪਵਿੱਤਰ ਆਤਮਾ ਦੁਆਰਾ ਪਰਮੇਸ਼ਰ ਪਿਤਾ। ਔਰ ਅੱਜ ਅਸੀਂ ਪਰਮੇਸ਼ਰ ਪਿਤਾ ਆਪਣੇ ਵਚਨ ਦੇ ਵਿੱਚੋਂ ਬਾਈਬਲ ਸਟੱਡੀ ਕਰਨ ਜਾ ਰਹੇ ਹਾਂ, ਵਚਨ ਨੂੰ ਸਿੱਖਣ ਜਾ ਰਹੇ ਹਾਂ, ਪੜ੍ਹਨ ਜਾ ਰਹੇ ਹਾਂ ਪਰਮੇਸ਼ਰ ਪਿਤਾ। ਆਪ ਦੀ ਗਾਈਡੈਂਸ ਚਾਹੁੰਦੇ ਹਾਂ, ਪਵਿੱਤਰ ਆਤਮਾ ਜੀ ਦੀ ਗਾਈਡੈਂਸ ਚਾਹੁੰਦੇ ਹਾਂ। ਬ੍ਰਦਰ ਇਕਬਾਲ ਜੀ ਨੂੰ ਆਪਦੇ ਹੱਥਾਂ ਵਿੱਚ ਦਿੰਦੇ ਹਾਂ। ਜੋ ਕੁਛ ਵੀ ਬੋਲਿਆ ਜਾਵੇ, ਜੋ ਕੁਛ ਵੀ ਪੜ੍ਹਿਆ ਜਾਵੇ, ਸੁਣਿਆ ਜਾਵੇ, ਉਹ ਕੇਵਲ ਅਤੇ ਕੇਵਲ ਆਪ ਵੱਲੋਂ ਹੋਵੇ ਪਰਮੇਸ਼ਰ ਪਿਤਾ। ਆਪਣੇ ਵਚਨ ਦੁਆਰਾ ਸਾਡੇ ਨਾਲ ਗੱਲਬਾਤ ਕਰੋ ਪਰਮੇਸ਼ਰ ਪਿਤਾ। ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ। ਔਰ ਆਪ ਦੇ ਰਾਜ ਦੇ ਲਈ, ਆਪ ਦੇ ਜਲਾਲ ਦੇ ਲਈ, ਆਪ ਦੇ ਕੰਮਾਂ ਦੇ ਲਈ ਇਹ ਵਚਨ ਵੱਧ ਤੋਂ ਵੱਧ ਇਸਤੇਮਾਲ ਹੋਵੇ ਪਰਮੇਸ਼ਰ ਪਿਤਾ। ਆਪ ਜੀ ਦੀ ਮਰਜ਼ੀ ਪੂਰੀ ਹੋਵੇ ਪਰਮੇਸ਼ਰ ਪਿਤਾ। ਆਪ ਜੀ ਦੇ ਪਵਿੱਤਰ ਵਚਨ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਔਰ ਪਰਮੇਸ਼ਰ ਪਿਤਾ, ਆਪ ਆਪਣਾ ਪਵਿੱਤਰ ਆਤਮਾ ਸਭ ਦੇ ਉੱਪਰ ਪਾਓ ਪਰਮੇਸ਼ਰ ਪਿਤਾ, ਕਿਉਂਕਿ ਇਹ ਅੰਤ ਸਮਾਂ ਹੈ ਔਰ ਯਿਸੂ ਮਸੀਹ ਜਲਦ ਆ ਰਹੇ ਆ ਪਰਮੇਸ਼ਰ ਪਿਤਾ। ਔਰ ਬਹੁਤ ਸਾਰੇ ਵਾਢਿਆਂ ਦੀ, ਕਾਮਿਆਂ ਦੀ ਜ਼ਰੂਰਤ ਹੈ ਪਰਮੇਸ਼ਰ ਪਿਤਾ। ਹਰ ਇੱਕ ਨੂੰ, ਸੁਣਨ ਵਾਲੇ ਨੂੰ ਤਿਆਰ ਕਰੋ ਪਰਮੇਸ਼ਰ ਪਿਤਾ। ਹੋਰ ਪਰਮੇਸ਼ਰ ਪਿਤਾ ਆਪ ਦੇ ਰਾਜ ਦੇ ਲਈ, ਤਾਂ ਕਿ ਕੰਮ ਵੱਧ ਚੜ੍ਹ ਕੇ ਹੋ ਸਕੇ ਪਰਮੇਸ਼ਰ ਪਿਤਾ। ਇੱਕ ਇੱਕ ਮਸੀਹੀ ਭੈਣ ਭਰਾ ਦੇ ਲਈ ਜਿੱਥੇ ਜਿੱਥੇ ਵੀ ਹਨ, ਸਭ ਦੇ ਲਈ ਆਪ ਦੀ ਬਰਕਤ ਮੰਗਦੇ ਹਾਂ ਪਰਮੇਸ਼ਰ ਪਿਤਾ। ਆਪ ਦੇ ਹੋਰ ਅਸੀਂ ਨੇੜੇ ਆ ਜਾਈਏ ਪਰਮੇਸ਼ਰ ਪਿਤਾ। ਔਰ ਪਵਿੱਤਰ ਆਤਮਾ ਦੀ ਭਰਪੂਰੀ ਦੇ ਵਿੱਚ ਚੱਲੀਏ ਪਰਮੇਸ਼ਰ ਪਿਤਾ, ਤਾਂ ਕਿ ਅਸੀਂ ਆਪ ਦੀ ਆਵਾਜ਼ ਨੂੰ ਸੁਣ ਕੇ ਉਸ ਮੁਤਾਬਕ, ਜਿਸ ਮਕਸਦ ਆਪ ਨੇ ਸਾਨੂੰ ਬਣਾਇਆ, ਚੱਲ ਸਕੀਏ ਪਰਮੇਸ਼ਰ
ਪਿਤਾ, ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ ਆਮੀਨ ਹਾਲੇਲੂਇਆ। ਹਾਂਜੀ ਬ੍ਰਦਰ ਜੀ, ਆਪਾਂ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 22 ਦੀ 6ਵੀਂ ਆਇਤ ਕਰ ਲਈ ਹੈ ਜੀ? 7ਵੀਂ ਆਇਤ ਸ਼ੁਰੂ। ਹਾਂਜੀ 6ਵੀਂ ਕਰ ਲਈ ਆ ਤੇ 7ਵੀਂ ਆਪਾਂ ਸ਼ੁਰੂ ਕਰ ਲਈ ਜੀ। ਜੀ ਤੇ ਇਹ ਬਾਈਬਲ ਦੇ ਆਖਰੀ ਪੇਜ ਪੰਨਿਆਂ ਤੇ ਹੈਗੀ ਆ। ਹਾਂਜੀ 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 22 ਦੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 22 ਦੀ 7 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਹਾਂਜੀ ਉੱਪਰ ਜਿਹੜਾ ਹੈਡਿੰਗ ਹੈ, ਸਿਰਲੇਖ ਹੈ, ਉਹ ਲਿਖਿਆ ਹੈ ਯਿਸੂ ਆ ਰਿਹਾ ਹੈ। ਹਾਲੇਲੂਇਆ। ਹਾਂਜੀ ਯਿਸੂ ਆ ਰਿਹਾ ਹੈ। ਹਾਂਜੀ ਤੇ ਅੱਗੇ ਫਿਰ 7ਵੀਂ ਆਇਤ ਇਸ ਤੋਂ ਬਾਅਦ ਸ਼ੁਰੂ ਹੁੰਦੀ ਲਿਖਿਆ ਹੈ, ਵੇਖ ਮੈਂ ਛੇਤੀ ਆਉਂਦਾ ਹਾਂ। ਧੰਨ ਉਹ ਜਿਹੜਾ ਇਸ ਪੋਥੀ ਦਾ ਅਗੰਮ ਵਾਕ ਦੀਆਂ ਗੱਲਾਂ ਦਾ ਪਾਲਣ ਕਰਦਾ ਹੈ। ਹਾਲੇਲੂਇਆ। ਆਮੀਨ। ਵਚਨ ਦੇ ਪੜ੍ਹੇ ਤੇ ਸੁਣੇ ਜਾਣੇ ਤੇ ਉਸ ਦੀ ਸਭ ਦੇ ਲਈ ਬਰਕਤ ਹੋਵੇ। ਆਮੀਨ ਆਮੀਨ। ਸੋ ਇਸ ਆਇਤ ਦੇ ਵਿੱਚ ਜਦੋਂ ਅਸੀਂ ਧਿਆਨ ਮਾਰਨੇ ਆ ਤੇ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖੀ ਗਈ 7 ਬਲੈਸਿੰਗਸ ਜਾਂ 7 ਬਰਕਤਾਂ ਵਿੱਚੋਂ ਇਹ ਇੱਕ ਬਰਕਤ ਹੈਗੀ ਹੈ। ਠੀਕ ਹੈ ਨਾ, ਇਹ ਜਿਹੜੀ ਪ੍ਰਕਾਸ਼ ਦੀ ਪੋਥੀ ਹੈ। ਸੋ ਪਹਿਲੀ ਥੋੜ੍ਹੀ ਜਿਹਾ ਦੁਹਰਾ ਲਈਏ। ਰੈਵਲੇਸ਼ਨ ਚੈਪਟਰ 1 ਵਰਸ 3 ਦੇ ਵਿੱਚ ਲਿਖਿਆ ਹੈ ਕਿ ਇਸ ਭਵਿਸ਼ਵਾਣੀ ਦੀ ਬੁੱਕ ਯਾਨੀ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ ਦਾ ਪੜ੍ਹਨੇ ਵਾਲਾ, ਫਿਰ ਇਹਦੇ ਨੰਬਰ 2 ਸੁਣਨੇ ਵਾਲੇ, ਨੰਬਰ 3 ਇਹਦੇ ਤੇ ਅਮਲ ਕਰਨੇ ਵਾਲੇ, ਤਿੰਨੋਂ ਹੀ ਮੁਬਾਰਕ ਨੇ। ਹਾਲੇਲੂਇਆ। ਸੋ ਇਹ ਇੱਕ ਮੁਬਾਰਕਬਾਦੀ ਹੈ ਇਹਦੇ ਵਿੱਚ ਬਲੈਸਿੰਗ ਹੈ ਨਾ। ਦੂਸਰਾ ਜਿਹੜਾ ਹੈ ਉਹ ਰੈਵਲੇਸ਼ਨ ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ 14 ਦੀ 13 ਵਿੱਚ ਲਿਖਿਆ ਹੈ, ਧੰਨ ਉਹ ਨੇ ਮੁਰਦੇ ਜਿਹੜੇ ਪਰਮੇਸ਼ਵਰ ਦੇ ਵਿੱਚ ਮਰਦੇ ਨੇ, ਯਾਨੀ ਜਿਹੜੇ ਜਿਨ੍ਹਾਂ ਦਾ ਵਿਸ਼ਵਾਸ ਜਾਂ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ ਹੈ ਤੇ ਉਹਨਾਂ ਦੇ ਮੁਤਲਕ ਹੈ ਕਿ ਉਹ ਧੰਨ ਨੇ ਕਿਉਂਕਿ ਉਹ ਮਰਦੇ ਨੇ ਬਲਕਿ ਸੌਂ ਜਾਂਦੇ ਨੇ, ਹੈ ਨਾ। ਸੋ ਇਹ ਵੀ ਇੱਕ ਮੁਬਾਰਕਬਾਦੀ ਜਾਂ ਬਲੈਸਿੰਗ। ਤੀਸਰਾ ਰੈਵਲੇਸ਼ਨ 16 ਦੀ 15 ਦੇ ਵਿੱਚ ਲਿਖਿਆ, ਧੰਨ ਉਹ ਨੇ, ਧੰਨ ਹੋਵੇ ਜਿਹੜਾ ਜਾਗਦਾ ਰਹਿੰਦਾ ਹੈ ਤੇ ਆਪਣੇ ਵਸਤਰ ਜਾਂ ਪੋਸ਼ਾਕ ਦੀ ਹਿਫਾਜ਼ਤ ਕਰਦਾ ਹੈ, ਯਾਨੀ ਕਿ ਕਿਧਰੇ ਪਾਪ ਨਾਲ ਗੰਦੀ ਨਾ ਹੋ ਜਾਏ, ਪੋਸ਼ਾਕ ਜਾਂ ਵਸਤਰ ਗੰਦਾ ਨਾ ਹੋ ਜਾਏ। ਚੌਥਾ ਜਿਹੜੀ ਬਲੈਸਿੰਗ ਹੈ ਇਹ ਦ ਬੁੱਕ ਆਫ ਰੈਵਲੇਸ਼ਨ ਇਹਦੇ ਵਿੱਚ ਹੀ, ਕਿਉਂਕਿ ਇਹਦੇ ਵਿੱਚ ਹੀ 7 ਬਲੈਸਿੰਗਸ ਵਿੱਚੋਂ ਚੌਥੀ ਜਿਹੜੀ ਹੈ ਉਹ ਰੈਵਲੇਸ਼ਨ ਚੈਪਟਰ 19 ਵਰਸ 9 ਯਾਨੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 19 ਦੀ 9 ਲਿਖਿਆ ਹੈ, ਧੰਨ ਉਹਨੇ ਜਿਹੜੇ ਲੇਲੇ ਜਾਂ ਬਰੇ ਦੀ ਸ਼ਾਦੀ ਵਿੱਚ ਬੁਲਾਏ ਗਏ ਨੇ, ਜਿਨ੍ਹਾਂ ਨੂੰ ਉਸ ਫੀਸਟ ਦੇ ਵਿੱਚ ਦਾਵਤ ਮਿਲੀ ਹੈ, ਇਨਵੀਟੇਸ਼ਨ ਮਿਲੀ ਹੈ। ਸੋ ਪੰਜਵਾਂ ਜਿਹੜੀ ਹੈ ਉਹ ਵੇ ਰੈਵਲੇਸ਼ਨ 20 ਦੀ 6 ਦੇ ਵਿੱਚ ਇਹ ਲਿਖਿਆ, ਧੰਨ ਉਹ ਸੰਤ ਨੇ ਜਾਂ ਉਹ ਮੁਕੱਦਸੀਨ ਨੇ ਜਿਹੜੀ ਪਹਿਲੀ ਪੁਨਰ ਅਥਾਨ ਜਾਂ ਪਹਿਲੀ ਰਿਜ਼ਰੈਕਸ਼ਨ ਦੇ ਵਿੱਚ ਸ਼ਾਮਲ ਹੁੰਦੇ ਨੇ। ਠੀਕ ਹੈ, ਯਾਨੀ ਕਿ ਜਦੋਂ ਯਿਸੂ ਨੇ ਆਉਣਾ ਉਹਦੇ ਵਿੱਚ ਉਹ ਸ਼ਾਮਲ ਹੋਣ। ਮੁੱਕਦੀ ਗੱਲ ਇਹ ਹੈ ਕਿ ਯਿਸੂ ਦੇ ਖੂਨ ਖਰੀਦਣ ਦੇ ਬਾਰੇ 'ਚ। ਫਿਰ ਕਿੰਨੀਆਂ ਹੋ ਗਈਆਂ ਜੀ? 5 ਹੋ ਗਈਆਂ ਜੀ। ਹੁਣ 6ਵੀਂ ਹੈ ਪ੍ਰਕਾਸ਼ ਦੀ ਪੋਥੀ 22 ਦੀ 7 ਦੇ ਵਿੱਚ ਲਿਖਿਆ ਹੈ ਕਿ ਧੰਨ ਉਹ ਨੇ ਜਿਹੜੇ ਇਸ ਪੁਸਤਕ ਜਾਂ ਇਸ ਪੋਥੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਹਾਂਜੀ ਦੀ ਭਵਿਸ਼ਵਾਣੀ ਜਾਂ ਭਵਿੱਖਬਾਣੀਆਂ ਜਾਂ ਨਬੂਵਤ ਦੀਆਂ ਗੱਲਾਂ ਉੱਤੇ ਅਮਲ ਕਰਦੇ ਨੇ, ਕਿਉਂਕਿ ਇਹਦੇ ਤੇ ਪ੍ਰੋਫਸੀਜ਼ ਹੋਈਆਂ ਨੇ ਨਾ, ਯਾਨੀ ਸ਼ੱਕ ਨਹੀਂ ਕਰਦੇ ਬਲਕਿ ਉਹ ਅਮਲ ਕਰਦੇ ਨੇ ਕਿ ਠੀਕ ਨੇ ਤੇ ਵਾਕਈ ਹੈ। ਕਿੰਨੀਆਂ ਹੋ ਗਈਆਂ? 7ਵੀਂ ਜਿਹੜੀ ਹੈ ਉਹ ਦ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ ਉਹਦੀ 22 ਦੀ 14। ਠੀਕ ਹੈ ਜੀ ਭਾਈ, ਇਹਦੇ 'ਚ ਲਿਖਿਆ ਹੈ, ਧੰਨ ਉਹ ਨੇ ਜਿਹੜੇ ਆਪਣੇ ਵਸਤਰ ਧੋਂਦੇ ਰਹਿੰਦੇ ਨੇ।
ਠੀਕ ਹੈ ਨਾ। ਹੂੰ ਯਾਨੀ ਜ਼ਾਹਿਰ ਹੈ ਕਿ ਬਲੀਵਰਸ ਕੋਲੋਂ ਵੀ ਪਾਪ ਸ਼ਾਪ ਭੁੱਲਾਂ ਚੁੱਕਾਂ ਹੁੰਦੀਆਂ ਨੇ, ਠੀਕ ਹੈ ਜੀ। ਤੇ ਬਾਕੀ ਲਿਖਿਆ ਜੀ ਉਹ ਧੁੰਦ ਰਹਿੰਦੇ ਹਨ ਤੇ ਜੀਵਨ ਦੇ ਬ੍ਰਿਸ਼ ਇਸ 14ਵੀਂ ਦੀ, ਤੇ ਜੀਵਨ ਦੇ ਬ੍ਰਿਸ਼ ਉੱਤੇ ਹੱਕ ਹੋਏ ਉਸਦੇ ਆਪਣੇ ਦਰਵਾਜ਼ਿਆਂ ਖਾਣੀ ਉਸ ਨਗਰੀ ਦੇ ਅੰਦਰ ਜਾਣ। ਹਾਂਜੀ ਹਾਂਜੀ, ਮਤਲਬ ਜ਼ਾਹਿਰ ਹੈ ਕਿ ਉਹ ਰੋਜ਼ ਹੀ ਇੱਕ ਬਲੀਵਰ ਜਿਹੜਾ ਹੈ ਨਾ ਆਪਣੀ ਭੁੱਲਾਂ ਚੁੱਕਾਂ ਦੀ ਮਾਫੀ ਮੰਗਦਾ ਰਹਿੰਦਾ। ਤੌਬਾ ਤਾਂ ਇੱਕ ਵਾਰੀ ਹੁੰਦੀ ਹੈ ਨਾ, ਤੌਬਾ ਨਹੀਂ ਚੰਗੀ ਬਾਰ-ਬਾਰ ਦੀ, ਲੇਕਿਨ ਇਹ ਜਿਹੜੇ ਪਾਪ ਨੇ ਉਹਨਾਂ ਦੀ ਮਾਫੀ ਮੰਗਦਾ ਰਹਿੰਦਾ ਹੈ। ਜਿਸ ਤਰ੍ਹਾਂ ਬੜੀ ਅੱਛੀ ਮਿਸਾਲ ਤੁਸੀਂ ਯਾਦ ਕਰਾਉਂਦੇ ਹੋ ਕਿ ਇੱਕ ਸੂਟ ਕੀ ਅਲਮਾਰੀ ਉਹ ਹਾਂਜੀ ਉਹ ਦੱਸੋ ਡਰਾਈ ਕਲੀਨ ਹਾਂ ਜਿੱਦਾਂ ਕਹਿੰਦੇ ਹੁੰਦੇ ਆ ਜੀ। ਤੇ ਜਦੋਂ ਸੂਟ ਨੂੰ ਭਾਵੇਂ ਤੁਸੀਂ ਕੱਪੜੇ ਨੂੰ ਡਰਾਈ ਕਲੀਨ ਕਰਕੇ ਅਲਮਾਰੀ 'ਚ ਰੱਖੀ ਛੱਡੋ ਜੀ, ਤੇ ਪਏ ਨੂੰ ਵੀ ਮਿੱਟੀ ਲੱਗ ਜਾਂਦੀ ਹੈ। ਹਾਂਜੀ, ਕਿਸੇ ਚੀਜ਼ ਨੂੰ ਇੱਦਾਂ ਤੁਸੀਂ ਦੇਖੋ ਪਿਆ ਮਿੱਟੀ ਦੁਨੀਆ ਤੋਂ ਹੁੰਦੀ ਹੈ, ਹਾਂਜੀ ਆਉਂਦੀ ਰਹਿੰਦੀ। ਇਸ ਇਨਸਾਨ ਦੇ ਇੱਥੇ ਪਾਪ ਵਿੱਚ ਹੈਗੇ ਆ ਸਾਡੇ, ਹਾਂ ਕਿਉਂਕਿ ਸਾਡੇ ਖੂਨ ਦੇ ਵਿੱਚ ਹੀ ਪਾਪ ਆ। ਹਾਂਜੀ, ਤੇ ਪੌਲ ਕਹਿੰਦਾ ਮੈਂ ਜਿਹੜੇ ਕੰਮ ਨਹੀਂ ਕਰਨਾ ਚਾਹੁੰਦਾ ਉਹ ਮੇਰੇ ਤੋਂ ਹੋ ਜਾਂਦੇ ਆ। ਹਾਂਜੀ, ਇਹ ਹੋ ਜਾਂਦੇ ਆ ਸਾਡੇ ਖੂਨ ਦੇ ਵਿੱਚ ਹੈਗੇ ਆ। ਤੇ ਉਹ ਬਰਕਤ ਵਾਲੇ ਹਨ ਜਿਹੜੇ ਆਪਣੇ ਉਹ ਵਸਤਰਾਂ ਨੂੰ ਜਿਹੜੀ ਮਿੱਟੀ ਪੈ ਜਾਂਦੀ ਆ ਉਹ ਧੋਂਦੇ ਰਹਿਣ। ਹਾਂਜੀ ਬਿਲਕੁਲ। ਸੋ ਇਹ 7 ਬਲੈਸਿੰਗਸ ਜਿਹੜੀਆਂ ਨੇ ਨਾ, ਉਹਨਾਂ ਵਿੱਚੋਂ ਇੱਕ ਇਹ ਵੀ ਹੈ ਜਿਹੜੀ ਆਪਾਂ ਹੁਣ ਇਸ ਵਰਸ ਵਿੱਚ ਪੜ੍ਹੀ ਹੈ। ਸੋ ਇਹ ਜਿਹੜੀ ਭਵਿਸ਼ਵਾਣੀ ਜਾਂ ਪ੍ਰੋਫਸੀ ਦੀ ਜਾਂ ਨਬੂਵਤ ਦੀ ਇਸ ਜਿਹੜੀ ਬੁੱਕ ਹੈਗੀ ਹੈ, ਵੈਸੇ ਤਾਂ ਚਲੋ ਸਾਰੀ ਬੁੱਕ ਹੈ, ਲੇਕਿਨ ਇਹਦੇ ਵਿੱਚ ਲਿਖਿਆ ਹੈ ਜਿਹੜਾ ਇਹਦੇ ਤੇ ਅਮਲ ਕਰਦਾ ਹੈ, ਠੀਕ ਹੈ। ਹੁਣ ਇਹਦੇ ਤੇ ਅਮਲ ਕਰਨ ਦੇ ਲਈ ਇੱਕ ਗੱਲ ਬੜੀ ਜ਼ਰੂਰੀ ਲਿਖੀ ਹੈ ਕਿ ਇਸ ਬੁੱਕ ਦੇ ਵਿੱਚ ਪ੍ਰਕਾਸ਼ ਦੀ ਪੋਥੀ, ਇਸ ਪੋਥੀ ਦੇ ਵਿੱਚ ਨਾ ਕੁਝ ਕੋਈ ਵਧਾਵੇ ਤੇ ਨਾ ਕੋਈ ਘਟਾਵੇ, ਠੀਕ ਹੈ। ਸੋ ਇਹਦੇ ਵਿੱਚ ਦਿੱਤੇ ਗਏ ਜਿਹੜੇ ਵੀ ਸਾਨੂੰ ਸਿੱਖਿਆ ਜਾਂ ਲੈਸਨਸ ਜਾਂ ਸਬਕ ਦਿੱਤੇ ਗਏ ਨੇ ਨਾ, ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰੀਏ। ਕੀ ਖਿਆਲ ਹੈ? ਇਸ ਵਾਰ ਨਾਲ ਬਲੈਸਿੰਗ ਨਾਲ ਤੇ ਨਾਲ ਸਰਾਪ ਦੀ ਕਰਸਸ ਵੀ ਹੈਗੇ ਆ, ਜਿਹੜਾ ਕੁਛ ਇਹਦੇ ਵਿੱਚ ਕੁਝ ਚੇਂਜ ਜ਼ਾਹਿਰ ਹੈ ਜੇ ਰੋਸ਼ਨੀ ਹੈ ਤੇ ਉਹਦਾ ਆਪੋਜ਼ਿਟ ਹਨੇਰਾ ਹੈ, ਜੇ ਬਰਕਤ ਹੈ ਤੇ ਉਹਦਾ ਆਪੋਜ਼ਿਟ ਕੀ ਹੈ? ਸਰਾਪ ਹੈ ਜਾਂ ਕਰਸ ਹੈ। ਸੋ ਇਹ ਵਰਸਸ ਲਿਖ ਲਓ ਲੂਕਾ 6:44 ਹੈ, ਮੁਕੱਦਸ ਲੂਕਾ 6:44 ਯਾਨੀ ਲੂਕ 6:46 ਤੇ ਜੌਨ ਗੋਸਪਲ ਜਿਹੜਾ ਹੈਗਾ ਜੌਨ 14:15 ਤੇ 15:10 ਯਾਨੀ ਯਹੂਨਾ ਰਸੂਲ ਦੀ ਅੰਜੀਲ ਉਹਦਾ 14:15 ਦੀ 10। ਕੋਈ ਇੱਕ ਪੜ੍ਹ ਦਿਓ ਤਾਂ ਕਿ ਚਲੋ ਸਾਨੂੰ ਆਪਾਂ ਪੜ੍ਹ ਦਈਏ ਜੀ। ਲੂਕਾ ਪੜ੍ਹ ਦਈਏ ਜੀ। ਲੂਕਾ ਪੜ੍ਹ ਦਿਓ ਕੋਈ ਲੂਕਾ 6:46 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਸੋ ਅਸਾਂ ਇਹਨੂੰ ਛੇੜਨਾ ਨਹੀਂ, ਜੋ ਕੁਝ ਲਿਖਿਆ ਹੈ ਇਹਦੇ ਤੇ ਕੋਸ਼ਿਸ਼ ਕਰਨੀ ਉਹਦੇ ਮੁਤਾਬਿਕ ਜ਼ਿੰਦਗੀ ਬਤੀਤ ਕਰੀਏ, ਗੁਜ਼ਾਰੀਏ ਜੀ। ਹਾਂ ਲੂਕਾ 6:46 ਵਿੱਚ ਇਸ ਤਰ੍ਹਾਂ ਲਿਖਿਆ, ਉਸ ਦੇ ਉੱਤੇ ਹੈ ਮੂਰਖ ਅਤੇ ਸਿਆਣਾ ਮਿਸਤਰੀ। ਹਾਂਜੀ, ਅੱਛਾ, ਤੁਸੀਂ ਮੈਨੂੰ ਪ੍ਰਭੂ ਪ੍ਰਭੂ ਕਰਕੇ ਕਿਉਂ ਪੁਕਾਰਦੇ ਹੋ, ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ। ਹਾਂ, ਮਤਲਬ ਇਹ ਜੋ ਲਿਖਿਆ ਹੈ ਉਹ ਤਾਂ ਕਰਦੇ ਨਹੀਂ, ਠੀਕ ਹੈ। ਸੋ ਜੋ ਕੁਝ ਲਿਖਿਆ ਹੈ ਉਹ ਕਰਨਾ। ਤੇ ਇੱਕ ਵਰਸ ਯਹੂਨਾ ਵਿੱਚੋਂ ਵੀ ਪੜ੍ਹ ਦਿਓ ਚਲੋ। ਇਸ ਲਈ ਇਹ ਨਾ ਘਟਾਣਾ ਵਧਾਣਾ, ਵੈਸੇ ਤੇ ਪੂਰੀ ਬਾਈਬਲ ਦੇ ਵਿੱਚ ਦੇ ਲਈ ਲਿਖਿਆ ਹੈ ਨਾ। ਤੇ ਹਾਂਜੀ ਯਹੂਨਾ ਦੀ 14:15 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ। ਇਹ ਬਾਈਬਲ ਦਾ ਨਵੀਂ ਲਈ ਹੈ ਜੀ, ਇਹਦੇ ਹਾਲੇ ਪੇਜ ਹੈ ਨਾ ਉਹ ਨਹੀਂ ਬਾਈਬਲ ਦੇ ਹੈਗੀ ਹੈ ਨਾ। ਹਾਂ ਜੁੜੇ ਆ ਇਹ ਟ੍ਰਾਂਸਲੇਸ਼ਨ ਇਹਦੀ ਕਹਿੰਦੇ ਵਧੀਆ ਪਹਿਲੇ ਨਾਲੋਂ ਨਾ। ਹਾਂਜੀ ਬਹੁਤ ਅੱਛਾ ਹੈ। ਹਾਂਜੀ ਜੀ। ਤੇ 14:15 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ। ਹਾਂਜੀ ਦੇਖੋ ਜੀ, ਇਹ ਵੈਸੇ ਪੂਰੀ ਬੁੱਕ ਲਈ ਹੈ, ਅਸੀਂ ਕਹਿ ਸਕਦੇ ਹਾਂ। ਜਿਸ ਤਰ੍ਹਾਂ ਬਵਸਤਾ ਸਾਰ ਡਿਟੋਰਨਮੀ ਇਸ ਤਿਸ਼ਨਾਚਾਰ ਦੀ 2 ਦੇ ਵਿੱਚ ਵੀ ਬੜਾ ਹੀ ਮਨਾ ਕੀਤਾ ਗਿਆ। ਜਿਸ
ਡਿਟਰੋਨਮੀ 4 ਦੀ ਤੋਂ ਹਾਂ ਓਕੇ ਤੇ ਯਾਨੀ ਬਾਈਬਲ ਦੇ ਸ਼ੁਰੂ 'ਚ ਤੇ ਫਿਰ ਸੈਂਟਰ ਵਿੱਚ ਵੀ ਆ ਜਾਓ, ਕਹਾਵਤਾਂ ਜਾਂ ਪ੍ਰੋਵਰਬਸ, ਇਮਸਾਲ ਉਹਦੀ 30 ਦੀ 5 ਤੇ 6 ਆਇਤ 'ਚ ਵੀ, ਠੀਕ ਹੈ। ਹਾਂਜੀ। ਸੋ ਸ਼ੁਰੂ 'ਚ ਲਿਖਿਆ, ਸੈਂਟਰ ਵਿੱਚ ਲਿਖਿਆ ਤੇ ਅਖੀਰ ਵਿੱਚ ਵੀ ਲਿਖਿਆ 22 ਦੀ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ ਚੈਪਟਰ 22 18 ਤੋਂ 19 ਚ ਵੀ। ਸੋ ਇਹ ਗੱਲ ਸਿਰਫ ਫਿਲਹਾਲ ਇਸ ਪੋਥੀ ਦੀ ਵੀ ਕਰ ਰਹੇ ਹਾਂ, ਲੇਕਿਨ ਪੂਰੀ ਬਾਈਬਲ ਦੇ ਲਈ ਵੀ ਅਸੀਂ ਇਹ ਬਾਕੀ ਵਰਸਿਸ ਸਾਨੂੰ ਸੇਮ ਹੀ ਗੱਲ ਦੱਸ ਰਹੇ। ਸਮਟਾਈਮਸ ਲੋਕ ਕਹਿੰਦੇ ਜੀ ਇਹ ਤੇ ਇਸ ਬੁੱਕ ਲਈ ਕਿਹਾ ਗਿਆ ਭਵਿੱਖਬਾਣੀ, ਵੈਸੇ ਤੇ ਬਾਈਬਲ ਸਾਰੀ ਜਿਹੜੀ ਹੈ ਉਹਦੇ ਵਿੱਚ ਤੇ ਪ੍ਰੋਫਸੀਜ਼ ਵਗੈਰਾ ਹੈਗੀਆਂ ਨੇ, ਲੇਕਿਨ ਇਸ ਲਈ ਇਹ ਵਰਸਿਸ ਲਿਖਾਈਆਂ ਨੇ ਕਿ ਬਾਕੀ ਵੀ ਬਾਈਬਲ ਮਨਾ ਕਰ ਰਹੀ ਹੈ ਬਾਈਬਲ ਦੇ ਵਿੱਚ ਕਿ ਆਪਾਂ ਨਾ ਇਹਦੇ ਵਿੱਚ ਘਟਾਉਣਾ ਹੈ ਨਾ ਇਹਦੇ ਵਿੱਚ ਵਧਾਉਣਾ ਹੈ। ਬਹੁਤ ਖਤਰਨਾਕ ਗੱਲ ਹੈ ਤੇ ਇਸ ਪੋਥੀ ਦੇ ਵਿੱਚ ਤੇ ਬੜਾ ਹੀ ਗੜਬੜਤ ਤੌਰ ਤੇ ਲਿਖਿਆ ਹੈ। ਚਲੋ ਇੱਕ ਵਰਸ ਪੜ੍ਹ ਦਿਓ ਪ੍ਰਕਾਸ਼ ਦੀ ਪੋਥੀ 22 ਦੀ 18 ਤੇ 19 ਹੈ ਨਾ। ਹਾਂ ਹਾਂਜੀ, ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 22 ਦੀ 18 ਤੇ 19 ਵਿੱਚ ਇਸ ਤਰ੍ਹਾਂ ਲਿਖਿਆ ਹੈ, ਹੇ ਹਰ ਇਸ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਸੁਣ ਕੇ ਸਾਖੀ ਦਿੰਦਾ ਹੈ, ਜੇ ਕੋਈ ਉਹਨਾਂ ਵਿੱਚ ਕੁਝ ਵਧਾਵੇ ਤਾਂ ਉਹ ਬਵਾ ਜਿਹੜੀ ਇਸ ਪੋਥੀ ਵਿੱਚ ਲਿਖਿਆ ਹੋਇਆ ਹੈ ਪਰਮੇਸ਼ਰ ਉਸ ਉੱਤੇ ਵਧਾਵੇਗਾ। ਹਾਂਜੀ, 19ਵੀਂ ਵਿੱਚ ਇਹ ਲਿਖਿਆ ਹੈ, ਅਤੇ ਜੇ ਕੋਈ ਇਸ ਆਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਜਾਂ ਜੀਵਨ ਦੇ ਬ੍ਰਿਸ਼ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜਾ ਇਸ ਪੋਥੀ ਵਿੱਚ ਲਿਖਿਆ ਹੋਇਆ ਹੈ, ਪਰਮੇਸ਼ਰ ਉਸ ਦਾ ਹਿੱਸਾ ਘਟਾਵੇਗਾ। ਤੇ ਇਹ ਤੇ ਹੋਰ ਸਖਤ ਹੋ ਗਿਆ। ਹੁਣ ਅਸਲ ਵਿੱਚ ਇਹ ਵੇ ਕਿ ਇਸ ਲਈ ਖਾਲੀ ਅਸੀਂ ਨਹੀਂ ਇਹਨੂੰ ਪੜ੍ਹਨਾ, ਬਲਕਿ ਇਹ ਮੈਸੇਜ, ਸੁਨੇਹਾ, ਪੈਗਾਮ ਅਸੀਂ ਕਲੀਸਿਆ ਚਰਚ ਵਿੱਚ ਜਾਂ ਹਰ ਇੱਕ ਨੂੰ ਦੇਣਾ ਹੈ ਜਾਂ ਉਹਨਾਂ ਤੱਕ ਪਹੁੰਚਾਉਣਾ ਹੈ ਤੇ ਉਹਨਾਂ ਨੂੰ ਵੀ ਪਹੁੰਚਾਉਣਾ ਹੈ ਜਿਨ੍ਹਾਂ ਹੁਣ ਤੱਕ ਇਹ ਜਿਹੜਾ ਵਚਨ ਨਹੀਂ ਸੁਣਿਆ। ਠੀਕ ਹੈ, ਇਹਦੇ 'ਚ ਕੋਈ ਸਵਾਲ ਲੈ ਤੇ ਨਹੀਂ ਇਸ ਵਰਸ ਵਿੱਚ ਹੈ ਨਾ, ਇਸ ਵਰਸ ਵਿੱਚ ਲਿਖਿਆ ਹੈ ਕਿ ਦੇਖ ਕੀ ਮੈਂ ਜਲਦਾ ਆਉਣ ਵਾਲਾ ਤੇ ਧੰਨ ਉਹਨੇ ਜਿਹੜੀ ਇਸ ਪੁਸਤਕ ਦੀ ਭਵਿਸ਼ਵਾਣੀ ਜਾਂ ਨਬੂਵਤ ਜਾਂ ਪ੍ਰੋਫਸੀ ਦੀਆਂ ਗੱਲਾਂ 'ਤੇ ਅਮਲ ਕਰਨਾ ਹੁੰਦਾ, ਕਿਉਂਕਿ ਯਕੂਬ 2:26 'ਚ ਲਿਖਿਆ ਹੈ ਤੇ ਯਕੂਬ ਯਿਸੂ ਦਾ ਭਾਈ ਹੈ, ਉਹ ਗੱਲਾਂ ਤੇ ਉਹ ਵੀ ਇਹੀ ਕਰ ਰਿਹਾ ਹੈ। ਕੀ ਲਿਖਿਆ ਕਿ ਜਿਵੇਂ ਇਹ ਸਰੀਰ, ਇਹ ਜਿਸਮ, ਇਹ ਦੇਹ ਬਗੈਰ ਆਤਮਾ ਦੇ ਮੁਰਦਾ ਹੈ, ਇਵੇਂ ਹੀ ਵਿਸ਼ਵਾਸ ਬਗੈਰ ਅਮਲਾਂ ਦੇ ਮੁਰਦਾ ਹੈ। ਠੀਕ ਹੈ, ਸੋ ਇਹ ਦੋ ਚੀਜ਼ਾਂ ਕੁਝ ਕਹਿਣਾ ਇੱਥੇ। ਹਾਂਜੀ, ਇੱਥੇ ਕਈ ਵਾਰੀ ਇਹ ਵੀ ਸਵਾਲ ਆਉਂਦਾ ਹੁੰਦਾ ਜੀ, ਤੇ ਫਿਰ ਇਹਦਾ ਮਤਲਬ ਅਮਲ ਜ਼ਰੂਰੀ ਆ, ਕੰਮ ਜ਼ਰੂਰੀ ਆ, ਤੇ ਸਾਨੂੰ ਸੈਲਵੇਸ਼ਨ ਕੰਮਾਂ ਕਰਕੇ ਮਿਲੀ ਆ ਨਾ, ਇਹ ਵੀ ਇਸ ਵਿੱਚ ਜੁੜ ਜਾਂਦਾ ਜੇ ਕੰਮ ਹੀ ਜ਼ਰੂਰੀ ਆ। ਹਾਂਜੀ ਹਾਂਜੀ, ਇਫਸੀਆਂ ਦੇ ਵਿੱਚ 2 ਦੀ 8 ਤੇ 9 ਹਾਂਜੀ, ਤੇ ਕੰਮ ਜ਼ਰੂਰੀ ਆ। ਇਸ ਪਾਸੇ ਇੱਕ ਪਾਸੇ ਇਹ ਵੀ ਗਿਆ ਸਾਡੇ ਕੰਮ ਤਾਂ ਆਪਣੇ ਗੰਦੇ ਲੀੜਿਆਂ ਦੇ ਬਰਾਬਰ, ਯਸਾਇਆ 34:6, ਤੇ ਇੱਧਰ ਫਿਰ ਇਹ ਵੀ ਹੈਗਾ ਕੰਮ ਵੀ ਬਹੁਤ ਜ਼ਰੂਰੀ ਆ। ਹਾਂਜੀ, ਤੇ ਕਈ ਵਾਰੀ ਇਹ ਸਵਾਲ ਹੁੰਦਾ ਹੈ। ਹਾਂਜੀ, ਤੇ ਮੇਰੇ ਨਾਲ ਵੀ ਹੁੰਦਾ, ਲੋਕੀ ਮੈਨੂੰ ਵੀ ਕਈ ਵਾਰ ਪੁੱਛਦੇ ਆ, ਤੇ ਇਹ ਹੋ ਕੇ ਸੁਣਨ ਵਾਲਿਆਂ ਦਾ ਵੀ ਹੋ ਸਕਦਾ ਇਹਦਾ ਵੀ। ਦੇਖੋ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰਦੇ ਹਾਂ ਤੇ ਹੁੰਦਾ ਕੀ ਹੈ? ਹੁੰਦਾ ਇਹ ਹੈ ਕਿ ਸਾਡੀ ਆਤਮਾ 'ਚ ਉਹਦੀ ਸੁਭਾਅ ਜਾਂ ਨੇਚਰ ਉਤਰ ਆਉਂਦੀ ਹੈ, ਪਵਿੱਤਰ ਆਤਮਾ ਸਾਡੇ ਅੰਦਰ ਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਜਿਹੜੀ ਮੁਕਤੀ ਸਾਨੂੰ ਕਦੇ ਤੋਂ ਲੱਭਦੀ ਹੈ? ਪੜ੍ਹ ਦਿਓ ਇਫਸੀਆਂ 10 ਦੀ ਹੈ ਨਾ 8 ਤੇ 9, ਇਫਸੀਆਂ 2 ਦੀ 8 ਤੇ 9 ਆਇਤ ਦੇਖੋ। ਇਹ ਵਿਸ਼ਵਾਸ ਨਾਲ ਹੈ ਨਾ ਤੇ ਉਹਦੀ ਕਿਰਪਾ ਨਾਲ। ਠੀਕ ਹੈ, ਸੋ ਇਹਦੇ ਵਿੱਚ
ਹਾਂ ਇਫਸੀਆਂ 2 ਦੀ 8 ਤੇ 9 ਵਿੱਚ ਲਿਖਿਆ ਹੈ। ਹਾਂ ਇਹ 'ਚ ਲਿਖਿਆ 8 ਤੇ 9 ਵਿੱਚ, ਕਿਉਂ ਜੋ ਤੁਸੀਂ ਕਿਰਪਾ ਤੋਂ ਨਿਸ਼ਚੇ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਇਹ ਕਰਨਿਆਂ ਤੋਂ ਨਹੀਂ, ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ। ਬਿਲਕੁਲ ਸਹੀ ਆ, ਠੀਕ। ਹਾਂਜੀ ਸੋ ਉਹ ਫਿਰ ਨਾ ਜਦੋਂ ਪਵਿੱਤਰ ਆਤਮਾ ਸਾਡੇ ਅੰਦਰ ਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ, ਡਵੈਲ ਕਰਦਾ ਹੈ ਜਾਂ ਬਸਦਾ ਹੈ, ਸੋ ਉਹ ਸਾਨੂੰ ਫਿਰ ਇਹਨਾਂ ਅਮਲ ਕਰਨੇ 'ਤੇ ਲਿਆਉਂਦਾ ਹੈ ਕਿ ਬਈ ਤੁਸੀਂ ਦੁਆ ਕਰਿਆ ਕਰੋ, ਬਾਈਬਲ ਪੜ੍ਹਿਆ ਕਰੋ, ਹੈ ਨਾ। ਇਹ ਸਾਡੇ ਅੰਦਰ ਨਾ ਇੱਕ ਚੀਜ਼ ਪੈਦਾ ਕਰਦਾ ਹੈ, ਕਾਇਲੀਅਤ ਜਾਂ ਕਨਵਿਕਸ਼ਨ। ਉਹ ਜਿਉਂ ਅਸੀਂ ਕਰਨੇ ਆ, ਜਿਸ ਤਰੀਕੇ ਨਾਲ ਰੋਮੀਓ 12 ਭਾਗ ਉਹਦੀ ਪਹਿਲੀ 2 ਆਇਤ ਵਿੱਚ ਕਿ ਮੁਕਤੀ ਤੇ ਪਾ ਲਈਏ, ਹੁਣ ਕੀ ਕਰਨਾ ਹੈ? 12 ਦੀ ਕਿੰਨੀ? ਰੋਮਨਸ ਚੈਪਟਰ 12 ਪਹਿਲੀ 2 ਵਰਸਸ। ਓਕੇ, ਯਾਨੀ ਸੈਂਟੀਫਿਕੇਸ਼ਨ ਪ੍ਰੋਸੈਸ ਦੇ ਵਿੱਚ ਉਹ ਅਸੀਂ ਨਾ ਆਪਣੇ ਆਪ ਨੂੰ ਇਹ ਵਚਨ ਜਿਹੜਾ ਹੈ ਨਾ ਇਹਦੇ ਨਾਲ ਧੋਂਦੇ ਰਹਿੰਦੇ ਆ, ਹੈ ਨਾ, ਗੁਸਲ ਕਰਦੇ ਰਹਿੰਦੇ ਆ। ਯਾਨੀ ਵਚਨ ਜਿਹੜਾ ਹੈਗਾ ਉਹ ਪਾਣੀ ਨਹੀਂ ਹੈ। ਸੋ ਉਹਦੇ ਨਾਲ ਜਿੰਨਾ ਵਚਨ ਪੜਾਂਗੇ, ਦੁਆ ਕਰਾਂਗੇ, ਹੈ ਨਾ, ਉਨਾ, ਲੇਕਿਨ ਆਪਣੀ ਕੋਸ਼ਿਸ਼ ਤੋਂ ਨਹੀਂ। ਪਵਿੱਤਰ ਆਤਮਾ ਸਾਡੀ ਫਿਰ ਵੀ ਮਦਦ ਕਰਦਾ ਹੈ। ਔਰ ਇਹ ਪ੍ਰੋਸੈਸ ਸੈਂਟੀਫਿਕੇਸ਼ਨ ਜਾਂ ਰੀਨਿਊਇੰਗ ਦਾ ਮਾਈਂਡ, ਕਿਉਂਕਿ ਜੇ ਜ਼ਿਹਨ ਸਾਡਾ ਪੁਰਾਣਾ ਹੀ ਹੈ ਤੇ ਯਿਸੂ 'ਚ ਆਣ ਕੇ ਵੀ ਅਸੀਂ ਕੰਮ ਚੰਗੇ ਨਹੀਂ ਕਰਾਂਗੇ। ਦੇਖੋ ਨਾ, ਅਸੀਂ ਹੁਣ ਜੀ ਉੱਠੇ ਹਾਂ, ਅਸੀਂ ਜ਼ਿੰਦਾ ਹੋ ਗਏ ਹਾਂ। ਬਈ ਕਿੰਝ ਜ਼ਿੰਦਾ ਹੋ ਗਏ? ਅਸੀਂ ਤੇ ਮਾਂ ਪਿਓ ਤੋਂ ਪੈਦਾ ਹੋਏ ਹਾਂ ਤੇ ਜ਼ਿੰਦਾ ਹੀ ਹਾਂ। ਇਫਸੀਆਂ ਤੇ ਉਹਦੀ ਇਫਸੀਆਂ 2 ਦੀ, ਹਾਂਜੀ, ਪਹਿਲੀ ਆਇਤ ਵਿੱਚ ਲਿਖਿਆ ਹੈ ਤੇ 5ਵੀਂ ਆਇਤ ਵਿੱਚ ਕਿ ਅਸੀਂ ਤੇ ਗੁਨਾਹਾਂ ਕਸੂਰਾਂ ਦੀ ਵਜ੍ਹਾ ਨਾਲ ਮੁਰਦੇ ਸਾਂ, ਲੇਕਿਨ ਉਹਨੇ ਸਾਨੂੰ ਯਿਸੂ ਜ਼ਿੰਦਾ ਕੀਤਾ। ਹੁਣ ਜਦੋਂ ਜ਼ਿੰਦਾ ਹੋ ਜਾਂਦੇ ਹਾਂ, ਠੀਕ ਹੈ, ਮਤਲਬ ਹੁਣ ਅਸੀਂ ਬਦਲ ਗਏ ਹਾਂ, ਹੈ ਨਾ, ਬਦਲ ਗਏ, ਮੇਰਾ ਸਾਰਾ ਜੀਵਨ ਬਦਲ ਗਿਆ। ਸੋ ਜਦੋਂ ਬਦਲ ਜਾ, ਨਿਊ ਕ੍ਰੀਏਸ਼ਨ ਹੋ ਗਿਆ, ਨਵੀਂ ਸ੍ਰਿਸ਼ਟੀ। ਹਾਂ, ਜਦੋਂ ਉਹਦੇ ਵਿੱਚ ਆਨੇ ਆ ਤੇ ਜ਼ਰੂਰਤ ਇਹ ਹੁੰਦੀ ਹੈ ਕਿ ਅਸੀਂ, ਸਾਡੇ ਅੰਦਰ ਫਿਰ ਇਹ ਹੁੰਦਾ ਹੈ ਕਿ ਸਾਡਾ ਨਮੂਨਾ ਯਿਸੂ ਹੈ। ਫਿਰ ਅਸੀਂ ਇਹ ਦੁਆ ਕਰਨੇ ਆ, ਮੇਰੇ ਪਿਤਾ ਮੇਰੀ ਦੁਆ ਯਿਸੂ ਦੀ ਮਾਨੰਦ ਮੈਨੂੰ ਬਣਾ। ਸੋ ਉਹ ਇਹ ਵੇ ਕਿ ਵਚਨ ਪੜ੍ਹਨਾ, ਪਵਿੱਤਰ ਆਤਮਾ ਦੀ ਗਾਈਡੈਂਸ ਦੇ ਵਿੱਚ ਚੱਲਣਾ, ਰੋਜ਼ ਉਹਨੂੰ ਆਪਣਾ ਜ਼ਿੰਦਗੀ ਦਾ ਕੰਟਰੋਲ ਦੇਣਾ ਔਰ ਫਿਰ ਚੰਗੀ ਸੰਗਤੀ 'ਚ ਰਹਿਣਾ। ਸੋ ਇਹ ਚੀਜ਼ਾਂ ਸਾਨੂੰ ਮਦਦ ਕਰਦੀਆਂ ਨੇ ਕਿ ਸਾਡੇ ਫਿਰ ਕੰਮ ਵੀ ਚੰਗੇ ਹੋਣੇ ਸ਼ੁਰੂ ਹੋ ਜਾਂਦੇ। ਤੋਬਾ ਦਾ ਮਤਲਬ ਇਹ ਵੇ ਰਿਪੈਂਟੈਂਸ ਦਾ ਕਿ ਜਿਸ ਰਾਹ 'ਤੇ ਚੱਲ ਰਹੇ ਹੁੰਦੇ ਸਾਂ ਉਹਦੇ ਤੋਂ ਮੁੜ ਕੇ ਯਿਸੂ ਕੋਲ ਆ ਜਾਣਾ। ਰਿਪੈਂਟੈਂਸ, ਤੋਬਾ ਦਾ ਮਤਲਬ ਇਹ ਵੇ ਕਿ ਸਾਡੀ ਨੀਅਤ ਦੀ ਤਬਦੀਲੀ ਜਾਂ ਜ਼ਿਹਨ ਦੀ ਤਬਦੀਲੀ ਤੇ ਨਵਾਂ ਕਰੈਕਟਰ ਹੋਣਾ। ਸੋ ਇਹਦੇ ਤੇ ਅਸੀਂ ਹਰ ਬਲੀਵਰ ਵਰਕ ਕਰਦਾ ਰਹਿੰਦਾ ਹੈ। ਹਾਂਜੀ, ਜਿੱਦਾਂ ਆਪਣਾ ਸਵਾਲ ਸੀਗਾ ਵੀ ਸਾਡੇ ਕੰਮ, ਹਾਂਜੀ ਹਾਂ, ਜਿਹੜੇ ਆਪਾਂ ਤੁਸੀਂ ਕਹਿੰਦੇ ਨਾ ਯਿਸੂ ਨੇ ਕਿਹਾ ਨਾ, ਹਾਂਜੀ ਯਿਸੂ ਨੇ ਕਿਹਾ ਜੀ, ਸੌਰੀ, ਆਪਾਂ ਜੇਮਸ 2 ਦੀ ਤੁਸੀਂ 26 ਦੀ ਗੱਲ ਕੀਤੀ ਸੀ ਨਾ। ਹਾਂਜੀ, ਉਹਦੇ ਵਿੱਚ ਕਿੱਥੇ ਸੀਗਾ ਜੀ, ਜਿਵੇਂ ਸਰੀਰ ਬਗੈਰ ਆਤਮਾ ਦੇ। ਹਾਂਜੀ, ਤੇ ਉਹ ਕੰਮਾਂ ਵਾਂਝੋ ਹੈ ਨਾ ਮੁਰਦਾ, ਤੇ ਇਵੇਂ ਹੀ ਵਿਸ਼ਵਾਸ ਬਗੈਰ ਕੰਮਾਂ ਤੋਂ, ਅਮਲਾਂ ਤੋਂ ਜਾਂ ਕੰਮਾਂ ਤੋਂ, ਹਾਂਜੀ, ਇਹ ਦੋਵਾਂ ਦਾ ਹੋਣਾ ਬੜਾ ਜ਼ਰੂਰੀ ਹੈਗੇ ਆ। ਤੇ ਇਹਨੂੰ ਆਪਾਂ ਹੋਰ ਵੀ, ਹਾਂ ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ। ਤੇ ਆਪਾਂ ਇੱਕ ਹੋਰ ਵੀ ਇਸ ਤਰ੍ਹਾਂ ਵੀ ਸਿੱਧੀ ਸਾਦੇ ਲਫ਼ਜ਼ਾਂ ਦੇ ਵਿੱਚ ਇਹ ਵੀ ਗੱਲ ਦੱਸ ਸਕਦੇ ਹੈਗੇ ਆ। ਆਪਾਂ ਤੁਸੀਂ ਇਹ ਪੜ੍ਹਿਆ ਇਫਸੀਆਂ, ਹਾਂਜੀ ਜੀ, ਵਿਸ਼ਵਾਸ ਉਹ ਨਾਲ ਅਸੀਂ ਬਚਾਏ ਗਏ ਆ, ਹਾਂਜੀ, ਉਹਦੇ ਵਿੱਚ ਸਾਡਾ ਕੋਈ ਕੰਮ ਨਹੀਂ। ਇਹ ਦੇਖੋ ਨਾ, ਉਹ ਗ੍ਰੇਸ ਜਾਂ ਕਿਰਪਾ ਦੀ ਡੈਫੀਨੇਸ਼ਨ ਤੇ ਦੱਸ ਦਿਓ। ਹਾਂਜੀ, ਕਿਰਪਾ ਤਾਂ ਉਹ ਚੀਜ਼ ਹੈਗੀ ਹੈ ਜੋ ਸਾਡੇ ਕੰਮਾਂ ਦਾ, ਜੋ ਸਾਡੀ ਜੋ ਅਸੀਂ ਡਿਜ਼ਰਵ ਕਰਦੇ ਹਾਂ, ਜੋ ਸਾਨੂੰ, ਹੈ ਨਾ, ਉਹ ਨਹੀਂ ਸਾਨੂੰ ਮਿਲਿਆ, ਜੋ ਸਾਨੂੰ ਸਾਡੇ ਕੰਮਾਂ ਦੇ ਕਰਕੇ ਜੋ ਸਾਨੂੰ ਸਜ਼ਾ ਜੋ ਸਾਨੂੰ ਮਿਲਣੀ ਚਾਹੀਦੀ ਸੀ, ਸਾਨੂੰ ਉਹ ਨਹੀਂ ਮਿਲੀ। ਰੱਬ ਨੇ ਕਿਰਪਾ ਕਰ ਦਿੱਤੀ। ਜਿਸ ਯੋਗ ਹੈਗੇ ਨਹੀਂ ਉਹ ਸਾਡੇ ਤੇ ਕਿਰਪਾ ਹੋ ਜਾਏ। ਹਾਂਜੀ, ਉਹਦਾ ਇਹ ਐਗਜ਼ਾਮਪਲ ਕਹਿ ਸਕਦੇ ਹੈਗੇ ਆ ਵੀ ਰੱਬ ਦੀ ਕਿਰਪਾ ਹੋਈ। ਰੱਬ ਨੇ ਸਾਨੂੰ ਜੰਗਲੀ ਜੈਤੂਨ ਨੂੰ ਉਹਦੇ ਨਾਲ ਲਾ ਦਿੱਤਾ, ਅਸਲੀ ਜ਼ੈਤੂਨ ਦੇ ਨਾਲ ਲਾ ਦਿੱਤਾ।
ਇਹ ਹੋ ਗਈ ਵਿਸ਼ਵਾਸ ਦੇ ਨਾਲ ਕਿਰਪਾ ਹੋ ਕੇ ਜਿਹੜਾ ਇਫਸੀਆਂ 2 ਦੀ ਹੈ ਨਾ ਪੜ੍ਹੀ ਸੀ, ਜੁੜ ਗਏ। ਆਇਆ ਹਾਂਜੀ, ਆਇਆ ਜਦੋਂ ਜੁੜ ਗਏ ਤਾਂ ਫਿਰ ਉਹ ਯਿਸੂ ਬਚਨ ਦੇ ਉਹਦੀ ਗੱਲਾਂ ਬਚਨ ਉਹ ਕਰਦਾ ਹੈ ਕਾਂਟ ਛਾਂਟ, ਹਾਂ ਫੜ ਲੈ ਕੇ ਆਓ, ਫੜ ਲੈ ਕੇ ਆਓ, ਫੜ ਲੈ ਕੇ ਆਓ, ਲੱਭਦਾ ਹੁਣ ਫਲ ਹੁਣ ਤੁਸੀਂ ਲੈ ਰਹੇ ਆ। ਤੇ ਫਿਰ ਯਿਸੂ ਕਹਿੰਦਾ ਜੇ ਫਲ ਨਹੀਂ ਆਇਆ ਤਾਂ ਉਹ ਇਹ ਕਾਂਟ ਛਾਂਟ ਨਹੀਂ, ਉਹ ਫਿਰ ਵੱਢ ਕੇ ਪਾਸੇ ਵੀ ਰੱਖ ਸਕਦਾ ਹੈ। ਤੇ ਫਲ ਜ਼ਰੂਰੀ ਹੈਗੀ ਆ, ਕਿਉਂਕਿ ਫਿਰ ਵਚਨ ਹੀ ਦੱਸਦਾ, ਕਹਿੰਦਾ ਜੇ ਉਹਨੇ ਜਿਹੜਾ ਅਸਲੀ ਜੈਤੂਨ ਆ ਤਾਂ ਉਦਾਂ ਦੂਜਾ ਜਿਹੜਾ ਆਪਾਂ ਆਪਣੀ ਗੱਲ ਕਰ ਰਹੇ ਆ, ਫਿਰ ਕਹਿੰਦਾ ਜੇ ਜੀ ਇਹ ਜਿਹੜਾ ਪਾਮ ਹੈ ਨਾ ਖਜੂਰ, ਉਹਨੂੰ ਧਰਮੀਆਂ ਨਾਲ 91 ਵਿੱਚ ਕਿਹਾ ਗਿਆ ਜ਼ਬੂਰ ਭਜਨ। ਤੇ ਜੀ ਫਿਰ ਬਚਨ ਕਹਿੰਦਾ ਅਸੀਂ ਜੰਗਲੀ ਜੈਤੂਨ ਕਰਕੇ ਉਹਦੇ ਇਜ਼ਰਾਈਲ ਦੇ ਨਾਲ ਅਸਲੀ ਜੈਤੂਨ ਦੇ ਨਾਲ ਜੋੜ ਦਿੱਤਾ। ਜੇ ਰੱਬ ਨੇ ਉਹਨਾਂ ਨੂੰ ਨਹੀਂ, ਅਸਲੀ ਨੂੰ ਨਹੀਂ ਬਖਸ਼ਿਆ ਤੇ ਸਾਨੂੰ ਕਿੱਦਾਂ ਬਖਸ਼ੂਗਾ? ਇਸ ਕਰਕੇ ਸਾਡਾ ਫਲ ਦੇਣਾ ਬਹੁਤ ਜ਼ਰੂਰੀ ਹੈਗਾ। ਜਦੋਂ ਰੱਬ ਫਿਰ ਜਦੋਂ ਨਾਲ ਜੋੜ ਦਿੱਤਾ ਹੈ ਨਾ, ਫਿਰ ਰੱਬ ਫਲ ਐਕਸਪੈਕਟ ਕਰਦਾ। ਉਹ ਜਿਹੜੇ ਫਲ ਕਹਿ ਰਿਹਾ ਹੈਗਾ ਜਿਹੜਾ ਨਾ ਜੇਮਸ, ਉਹ ਕੰਮ ਹੁੰਦਾ ਯਿਸੂ ਨੇ ਕੀ ਕਿਹਾ? ਤੁਹਾਡੇ ਫਲਾਂ ਤੋਂ ਤੁਹਾਨੂੰ ਪਛਾਣੇ ਜਾਓ ਤੇ ਤੁਸੀਂ ਮੇਰੇ। ਹਾਂ, ਅਸਲ ਵਿੱਚ ਅਸੀਂ ਤੇ ਬਹੁਤ ਹੀ ਖੱਟੇ ਕਿਸਮ ਦੇ, ਇਹ ਖੱਟਾ ਹੁੰਦਾ ਨਾ ਜਿਹੜਾ ਦਰਖਤ ਇੱਕ ਹੁੰਦਾ ਹੈ ਜਿਹਦੇ ਤੇ ਖੱਟੇ ਲੱਗਦੇ ਨੇ, ਬਹੁਤ ਹੀ ਖੱਟਾ ਹੁੰਦਾ ਹੈ। ਉਹਦੀ ਲੈ ਕੇ ਤੇ ਤੁਸੀਂ ਮਾਲਟੇ ਦੇ ਨਾਲ ਉਹਨੂੰ ਕੀ ਕਰ ਦੋ, ਪੈਵੰਦ ਲਾ ਦੋ, ਤੇ ਉਹ ਇਹ ਹੋਏਗਾ ਕਿ ਕਿਉਂਕਿ ਉਹਦੇ ਨਾਲ ਜੁੜ ਗਿਆ ਤੇ ਹੁਣ ਉਹਦੇ ਤੇ ਮਿੱਠਾ ਫਲ ਆਉਣਾ ਸ਼ੁਰੂ ਹੋ ਜਾਏਗਾ। ਹਾਂਜੀ, ਠੀਕ ਹੈ। ਹਾਂ ਬਿਲਕੁਲ ਜੀ। ਹੁਣ ਜਿਹੜਾ ਹੈ ਨਾ ਅਸੀਂ ਉਹ ਸਾਡੇ ਜੰਗਲੀ ਸੀਗੇ, ਅੰਧੇਰੇ 'ਚ ਸੀਗੇ, ਸਾਨੂੰ ਨਹੀਂ ਸੀਗੇ ਪਤਾ, ਜਿਹੜਾ ਉਹਦੇ ਨਾਲ ਜੁੜ ਗਏ, ਇਹ ਰੱਬ ਦੀ ਕਿਰਪਾ ਹੋਈ ਆ। ਤੇ ਉਹਦੇ ਨਾਲ ਜੁੜੇ ਰਹਿਣਾ ਜਾਂ ਉਹਦੇ ਨਾਲ ਟੁੱਟ ਜਾਣਾ ਉਹ ਹੁਣ ਸਾਡੇ ਹੱਥ 'ਚ ਹੈ। ਹਾਂਜੀ, ਉਹ ਸਾਡੀ ਜ਼ਿੰਮੇਵਾਰੀ ਹੈ। ਬਿਲਕੁਲ। ਹਾਂਜੀ, ਇਹ ਦੋਨਾਂ ਦਾ ਇਹ ਇਦਾਂ ਫਿੱਟ ਹੁੰਦੇ, ਮੈਂ ਸਮਝਦਾ ਇਹ ਬਹੁਤ ਜ਼ਰੂਰੀ ਹੈ। ਹਾਂਜੀ, ਇਹ ਬਿਲਕੁਲ, ਇਹਦੇ ਬਗੈਰ ਅਸੀਂ ਹਾਂਜੀ ਨਹੀਂ ਚੱਲ ਸਕਦੇ। ਸੋ ਇਹ ਗੱਲ ਹੋਈ। ਸੋ ਤੇ ਬਾਕੀ ਜੀ ਹੁਣ ਬਾਈ ਜੀ 7 ਇੱਥੇ ਅਗਲੀ ਫਿਨਿਸ਼ ਕਰ ਦਿੱਤੇ, ਫਿਨਿਸ਼ ਕਰ ਦਿੰਦੇ ਹਾਂ। ਸੋ ਅਸਲੀ ਗੱਲ ਇਹ ਹੈ ਕਿ ਅਸੀਂ ਉਹਦਾ ਫਲ ਟੁਰਦਿਆਂ ਫਿਰਦਿਆਂ ਅਸੀਂ ਇੱਕ, ਪਾਲੂਸ ਕਹਿੰਦਾ ਹੈ ਕਿ ਅਸੀਂ ਟੁਰਦੇ ਫਿਰਦੇ ਇਹੋ ਜੀ ਕਿਤਾਬ ਆ, ਇਹੋ ਜੀ ਬੁੱਕ ਆ ਜਿਹਨੂੰ ਲੋਕ ਪੜ੍ਹਦੇ ਰਹਿੰਦੇ ਨੇ। ਉਹ ਕਾਹਦੇ ਤੋਂ ਪੜ੍ਹਦੇ ਨੇ? ਕਿ ਵਹਿੰਦੇ ਨੇ ਯਾਰ ਇਹ ਆਮ ਲੋਕਾਂ ਕੋਲ ਕੋਈ ਵੱਖਰਾ ਹੀ ਬੰਦਾ ਹੈ ਨਾ। ਬਿਲਕੁਲ ਨਜ਼ਰ ਆਉਣਾ ਚਾਹੀਦਾ ਹਾਂ ਸਾਡੇ ਫਲਾਂ। ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ। ਫਿਰ 22 ਦੀ 8ਵੀਂ ਆਇਤ ਫਿਰ ਅਗਲੀ ਪੜ੍ਹਨੀ। ਐਗਜ਼ੈਕਟਲੀ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਪਵਿੱਤਰ ਕੀਮਤੀ ਵਚਨ ਦੇ ਲਈ, ਜੋ ਕੁਛ ਵੀ ਪਵਿੱਤਰ ਆਤਮਾ ਦੁਆਰਾ ਆਪਨੇ ਸਾਡੇ ਨਾਲ ਗੱਲਬਾਤ ਕੀਤੀ, ਜੋ ਕੁਛ ਵੀ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਅਸੀਂ ਸਮਝਿਆ ਪਰਮੇਸ਼ਰ ਪਿਤਾ, ਉਹ ਸਾਰਾ ਵਚਨ ਸਾਡੇ ਅੰਦਰ ਵਸੇ। ਉਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਨਾਲ ਢੱਕਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ ਜੋ ਕੀਮਤੀ ਚੀਜ਼ਾਂ ਚੁਰਾਉਂਦਾ ਹੈ ਪਰਮੇਸ਼ਰ ਪਿਤਾ। ਪਰ ਇਹ ਵਚਨ ਬਹੁਤ ਸਾਰਾ ਫਲ ਲੈ ਕੇ ਆਵੇ ਆਪ ਦੇ ਰਾਜ ਦੇ ਲਈ, ਆਪ ਦੇ ਜਲਾਲ ਦੇ ਲਈ, ਔਰ ਅਸੀਂ ਆਪ ਦੇ ਵਿੱਚ ਬਣੇ ਰਹੀਏ ਪਰਮੇਸ਼ਰ ਪਿਤਾ। ਔਰ ਪਰਮੇਸ਼ਰ ਪਿਤਾ ਆਪ ਦੇ ਕੰਮਾਂ ਦੇ ਲਈ ਸਾਨੂੰ ਇਸਤੇਮਾਲ ਕਰੋ, ਹਰ ਇੱਕ ਭੈਣ ਭਰਾ ਨੂੰ ਤਿਆਰ ਕਰੋ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਦੇ ਨਾਮ। ਆਮੀਨ ਆਮੀਨ ਹਾਲੇਲੂਇਆ।